ਤੋਂ ਪਹਿਲਾਂ ਗੱਲ ਕਰਾਂਗੇ ਮੂਸੇਵਾਲਾ ਕਤਲ ਤੋਂ ਬਾਅਦ ਜਿਹੜੀ ਬਿਸ਼ਨੋਈ ਨੂੰ ਕਾਲ ਕੀਤੀ ਜਾਂਦੀ ਹੈ ਉਹ ਕਾਲ ਦੀ ਰਿਕਾਰਡਿੰਗ ਸਾਹਮਣੇ ਆਉਂਦੀ ਹੈ। ਜੀ ਪੰਜਾਬ ਹਰਿਆਣਾ ਹਿਮਾਚਲ ਕੋਲ ਬਿਸ਼ਨੋਈ ਨੂੰ ਕੀਤੀ ਗਈ ਕਾਲ ਦੀ ਆਡੀਓ ਹੈ ਔਰ ਕਿਸੇ ਅਣਪਛਾਤੇ ਸ਼ਖਸ ਵੱਲੋਂ ਬਿਸ਼ਨੋਈ ਨੂੰ ਇਹ ਕਾਲ ਜਿਹੜੀ ਹੈ ਕੀਤੀ ਜਾਂਦੀ ਹੈ। ਕਾਲ ਕਰਕੇ ਕਿਹਾ ਗਿਆ ਹੈ ਕਿ ਗਿਆਨੀ ਗੱਡੀ ਚਾੜਤਾ, ਇਹ ਲਫ਼ਜ਼ ਇਸ ਕਾਲ ਦੇ ਅੰਦਰ ਵਰਤੇ ਗਏ ਨੇ। हेलो, हाँ जी जी बोलिए। बात हो सकती है? हाँ बिल्कुल हो सकती है, करवाना जरूरी है। हाँ जी, एक मिनट। हाँ थोड़ा जल्दी बताए थी लगे होल्ड फ्री चलो लाइव स्पीकर ऑन करें, गोल्डन लाइट ऑन। मेरी गल सुन, बहुत बहुत मुबारक भरा नु। ठीक हो? ठीक हो? हाँ मैं ठीक है। मैं ज्ञानी चढ़ा था गड्डी, ज्ञानी चढ़ा था गड्डी, की करता? मैं ज्ञानी चढ़ा था गड्डी, उससे वाला मारता है। मारता मारता मारता। ओके। हेलो, हाँ जी जी बोलिए। बात हो सकती है? हाँ बिल्कुल हो सकती है, करवाना जरूरी है। हाँ जी, एक मिनट। हाँ थोड़ा जल्दी बताए थी लगे होल्ड फ्री चलो लाइव स्पीकर ऑन करें, गोल्डन लाइट ऑन। मेरी गल सुन, बहुत बहुत मुबारक भरा नु। ठीक हो? ठीक हो? हाँ मैं ठीक है। मैं ज्ञानी चढ़ा था गड्डी, ज्ञानी चढ़ा था गड्डी, की करता? मैं ज्ञानी चढ़ा था गड्डी, उससे वाला मारता है। मारता मारता मारता। ओके। ਔਰ ਇਸ ਖਬਰ ਤੇ ਜਾਣਕਾਰੀ ਦੀ ਸਾਂਝ ਅੱਗੇ ਵਧਾਉਣਗੇ। ਇਸ ਸਿਲਸਿਲੇ ਨੂੰ ਅੱਗੇ ਤੋਰਾਂਗੇ। ਅਨਮੋਲ ਗੁਲਾਟੀ ਸਾਡੇ ਪੱਤਰਕਾਰ ਹੈ, ਸਾਡੇ ਨਾਲ ਲਾਈਵ ਜੁੜ ਰਿਹਾ। ਅਨਮੋਲ, ਇਹ ਉਹੀ ਰਿਕਾਰਡਿੰਗ ਹੈ ਜਿਸ ਦਾ ਖੁਲਾਸਾ ਜੀ ਪੰਜਾਬ ਹਰਿਆਣਾ ਹਿਮਾਚਲ ਨੇ ਅੱਜ ਤੋਂ ਕਾਫੀ ਸਮਾਂ ਪਹਿਲਾਂ ਕੀਤਾ ਸੀ, ਜਦੋਂ ਦੱਸਿਆ ਸੀ ਕਿ ਕਿੱਥੋਂ ਹਥਿਆਰ ਆਏ ਤੇ ਕਿਵੇਂ ਹਥਿਆਰਾਂ ਦੀ ਸਪਲਾਈ ਹੁੰਦੀ ਹੈ, ਕਿੱਥੇ ਉਹਨਾਂ ਨੂੰ ਰੱਖਿਆ ਜਾਂਦਾ ਹੈ, ਯੂਪੀ ਤੋਂ ਚੱਲ ਕੇ ਕਿਵੇਂ ਫਿਰ ਉਹ ਦਿੱਲੀ ਪਾਰ ਕਰਦੇ ਹੋਏ, ਹਰਿਆਣਾ ਪਾਰ ਕਰਦੇ ਹੋਏ ਪੰਜਾਬ ਆ ਪਹੁੰਚਦੇ ਆ ਤੇ ਇੱਕ ਨਾਮੀ ਗਾਇਕ ਕਲਾਕਾਰ ਗੀਤਕਾਰ ਨੂੰ ਜਿਹੜਾ ਹੈ ਉਹ ਮੌਤ ਦੇ ਘਾਟ ਉਤਾਰ ਦਿੰਦੇ ਆ। ਉਸ ਤੋਂ ਬਾਅਦ ਇੱਕ ਕਾਲ ਰਿਕਾਰਡਿੰਗ ਵੀ ਸਾਹਮਣੇ ਆਉਂਦੀ ਹੈ ਜਿਸ ਦਾ ਅਸੀਂ ਜ਼ਿਕਰ ਪਹਿਲਾਂ ਵੀ ਕੀਤਾ ਸੀ ਤੇ ਅੱਜ ਆਪਣੇ ਦਰਸ਼ਕਾਂ ਨਾਲ ਜਿਹੜੀ ਹੈ ਉਹ ਸਾਂਝੀ ਵੀ ਕੀਤੀ ਹੈ। ਕੀ ਪੁਲਿਸ ਵੱਲੋਂ ਹੁਣ ਇਸ ਨੂੰ ਆਧਾਰ ਬਣਾ ਕੇ ਜਾਂ ਪਹਿਲਾਂ ਤੋਂ ਆਧਾਰ ਬਣਾ ਕੇ ਇਸ ਕੇਸ ਦੇ ਵਿੱਚ ਇਸ ਦਿਸ਼ਾ ਵੱਲ ਵੀ ਵਧਿਆ ਜਾ ਰਿਹਾ? देखो नवजोत, ਤੁਹਾਨੂੰ याद होएगा जिस तरीके ਨਾਲ ਤੁਸੀਂ ਵੀ ਕਿਹਾ ਕਿ ਪਹਿਲਾਂ ਅਸੀਂ ਇਹ ਖਬਰ ਜਿਹੜੀ ਕਿ ਆਪਣੇ ਦਰਸ਼ਕਾਂ ਤੱਕ ਨਸ਼ਰ ਕਰ ਚੁੱਕੇ ਹਾਂ ਕਿ ਕੀ ਕੁਝ ਜਿਹੜਾ ਕੀ ਹੈ ਗੱਲਬਾਤ ਹੋਈ ਸੀਗੀ ਇਸ ਕਾਲ ਰਿਕਾਰਡਿੰਗ ਦੇ ਵਿੱਚ। ਤੁਹਾਨੂੰ ਯਾਦ ਹੋਏਗਾ ਪ੍ਰਮੋਦ ਬਾਨ, AGTF ਮੁਖੀ ਪ੍ਰਮੋਦ ਬਾਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀਗੀ। ਉਸ ਦੇ ਵਿੱਚ ਇਹ ਇਨਫੋਰਮੇਸ਼ਨ ਦਿੱਤੀ ਗਈ ਸੀਗੀ ਕਿ ਫੋਨਸ ਦਾ ਇਸਤੇਮਾਲ ਜੇਲ੍ਹ ਦੇ ਵਿੱਚ ਹੁੰਦਾ ਆਇਆ ਹੈ ਤੇ ਫੋਨਸ ਤੋਂ ਹੀ ਜਿਹੜਾ ਕੀ ਹੈ ਫੋਨ ਦੀ ਸਹਾਇਤਾ ਦੇ ਨਾਲ, ਫੋਨ ਦੀ ਮਦਦ ਦੇ ਨਾਲ ਲਾਰੈਂਸ ਬਿਸ਼ਨੋਈ ਆਪਣਾ ਗੈਂਗ ਪੂਰਾ ਆਪਰੇਟ ਕਰ ਰਿਹਾ। ਉਸ ਤੋਂ ਬਾਅਦ ਉਸੇ ਦਿਨ ਸ਼ਾਮ ਨੂੰ ਜਿਹੜਾ ਕੀ ਹੈ ਸਾਡੇ ਵੱਲੋਂ ਦਰਸ਼ਕਾਂ ਨੂੰ ਦੱਸਿਆ ਗਿਆ ਕਿ ਕਿਹੜੇ ਸਮੇਂ ਕਿਹੜੇ ਦਿਨ ਨੂੰ ਕਿਹੜੀ ਇੱਕ ਕਾਲ ਜਿਹੜੀ ਕੀ ਹੈ ਉਹ ਜੇਲ੍ਹ ਤੋਂ ਕੀਤੀ ਜਾਂਦੀ ਹੈ, ਕਿਹੜੀ ਕੌਨ ਕਾਲ ਹੁੰਦੀ ਹੈ, ਕਿਸ ਕੌਨ ਕਾਲ ਦੇ ਵਿੱਚ ਗੋਲਡੀ ਬਰਾੜ ਨੂੰ ਧਮਕਾਇਆ ਜਾਂਦਾ ਹੈ। ਇਹ तमाम ਚੀਜ਼ਾਂ ਆਪਣੀ ਖਬਰ ਦੇ ਵਿੱਚ ਅਸੀਂ ਦੱਸ ਚੁੱਕੇ ਸੀਗੇ। ਉਸ ਤੋਂ ਬਾਅਦ ਹੁਣ ਇਹ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹੀ ਗੱਲਾਂ ਦੱਸੀਆਂ ਜਾ ਰਹੀਆਂ ਨੇ ਜਿਹੜੇ ਕਿ ਅਸੀਂ ਕਾਫੀ ਦਿਨ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸ ਚੁੱਕੇ ਹਾਂ। ਹੁਣ ਜਿਹੜੀ ਇਨਕੁਆਇਰੀ ਹੈ, ਹੁਣ ਜਿਹੜੀ ਇਨਵੈਸਟੀਗੇਸ਼ਨ ਹੁਣ ਇਸ ਐਂਗਲ ਤੋਂ ਹੀ ਕੀਤੀ ਜਾ ਰਹੀ ਹੈ ਕਿ ਜੇਲ੍ਹ ਦੇ ਵਿੱਚੋਂ ਜਿਹੜੇ ਫੋਨਸ ਤੋਂ ਆਪਰੇਟ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਇਨ ਚੀਜ਼ਾਂ ਨੂੰ ਆਧਾਰ ਬਣਾਉਣ ਤੋਂ ਬਾਅਦ ਜਿਹੜਾ ਕੀ ਹੈ ਇਸ ਕੇਸ ਦੇ ਉੱਤੇ ਹੁਣ ਕੰਮ ਜਿਹੜਾ ਕਿ ਕੀਤਾ ਜਾ ਰਿਹਾ ਹੈ। ਹੁਣ ਜੇਕਰ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲੇ ਕਤਲकांड ਦੀ, ਤਾਂ ਜਦੋਂ ਕਿਉਂਕਿ ਦੇਖੋ ਇਸ ਚੀਜ਼ ਦਾ ਕਨਫਰਮੇਸ਼ਨ ਮਿਲ ਚੁੱਕੀ ਸੀਗੀ ਕਿ ਜੇਲ੍ਹ ਦੇ ਵਿੱਚ ਫੋਨ ਦਾ ਇਸਤੇਮਾਲ ਹੋ ਰਿਹਾ, ਲੇਕਿਨ ਹੁਣ ਜਿਹੜੀ ਕੀ ਹੈ ਬਿਲਕੁਲ ਹੀ ਪੁਸ਼ਟੀ ਹੋ ਚੁੱਕੀ ਹੈ ਕਿ ਜੇਲ੍ਹ ਦੇ ਵਿੱਚੋਂ ਪੂਰੀ ਇਨਫੋਰਮੇਸ਼ਨ ਫੋਨ ਤੇ ਦਿੱਤੀ ਵੀ ਜਾ ਰਹੀ ਹੈ। ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਉਸ ਤੋਂ ਬਾਅਦ ਕਨਫਰਮੇਸ਼ਨ ਕਾਲ ਵੀ ਜਿਹੜੀ ਕੀ ਹੈ ਉਹ ਵੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਗਿਆਨੀ ਗੱਡੀ ਝਾੜਤਾ ਤੇ ਜਦੋਂ ਸਾਹਮਣੇ ਵਾਲੇ ਸ਼ਖਸ ਨੂੰ ਇਹ ਚੀਜ਼ ਸਮਝ ਨਹੀਂ ਆਉਂਦੀ
ਕਿ ਕੀ ਕਿਹਾ ਜਾ ਰਿਹਾ, ਤਾਂ ਉਦੋਂ ਦੱਸਦਾ ਹੈ ਬੰਦਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ, ਸਿੱਧੂ ਮੂਸੇਵਾਲਾ ਮਾਰ ਦਿੱਤਾ ਗਿਆ। ਜਾਨੇ ਕਿਹਾ ਜਾ ਸਕਦਾ ਹੈ ਕਿ ਇੱਕ ਬਹੁਤ ਵੱਡਾ ਸਬੂਤ ਜਿਹੜਾ ਕੀ ਹੈ ਇਹ ਹੁਣ ਪੁਲਿਸ ਦੇ ਹੱਥ ਲੱਗਿਆ ਤੇ ਇਸ ਐਂਗਲ ਤੇ ਤੋਂ ਹੀ ਜਿਹੜਾ ਕੀ ਹੈ ਇਨਵੈਸਟੀਗੇਸ਼ਨ ਹੁਣ ਕੀਤੀ ਜਾ ਰਹੀ ਹੈ। ਬਿਲਕੁਲ ਲਾਜ਼ਮੀ ਤੌਰ ਤੇ ਕਿਹਾ ਜਾ ਸਕਦਾ ਕਿ ਹੋਰ ਵੱਡੇ ਖੁਲਾਸੇ ਹੁਣ ਸਾਹਮਣੇ ਹੋ ਸਕਦੇ ਨੇ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਿਕਾਰਡਿੰਗ ਤਾਂ ਹੁਣ ਸਾਹਮਣੇ ਆਈ ਹੈ, ਲੇਕਿਨ ਆਪਣੇ ਦਰਸ਼ਕਾਂ ਤੱਕ ਇਹ ਜਾਣਕਾਰੀ ਅਸੀਂ ਕਾਫੀ ਦਿਨ ਪਹਿਲਾਂ ਪਹੁੰਚਾ ਚੁੱਕੇ ਹਾਂ ਕਿ ਕਿਹੜੀ ਕਾਲ ਕਿੰਨੇ ਵਜੇ ਕਿਹੜੀ ਤਾਰੀਖ ਨੂੰ ਕਿਹੜੀ ਕਾਲ ਹੋਈ ਹੈ ਤੇ ਉਸ ਕਾਲ ਦੇ ਵਿੱਚ ਕੀ ਕੁਝ ਗੱਲਬਾਤ ਜਿਹੜੀ ਕੀ ਹੈ ਉਹ ਕੀਤੀ ਗਈ। ਅਨਮੋਲ, ਜ਼ਾਹਿਰ ਤੌਰ ਤੇ ਠੀਕ ਹੈ ਕਿ ਬਹੁਤ ਸਾਰੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੇ ਹੋਰ ਬਹੁਤ ਸਾਰੇ ਸਵਾਲ ਇਸ ਮੌਕੇ ਖੜੇ ਹੋ ਰਹੇ। ਸਭ ਤੋਂ ਵੱਡਾ ਸਵਾਲ ਇਹ ਹੈ, ਲਾਰੈਂਸ ਬਿਸ਼ਨੋਈ ਹੀ ਜਦੋਂ ਜੇਲ੍ਹ ਦੇ ਵਿੱਚ ਹੈ ਔਰ ਅਜਿਹੀ ਹਾਈ ਪ੍ਰੋਫਾਈਲ ਜੇਲ੍ਹ ਦੇ ਵਿੱਚ ਹੈ ਜਿੱਥੇ ਪਰਿੰਦਾ ਪਰ ਨਹੀਂ ਮਾਰ ਸਕਦਾ ਤੇ ਉੱਥੇ ਉਹਦੇ ਕੋਲੇ ਫੋਨ ਹੈ ਤੇ ਫੋਨ ਦੀ ਹੀ ਰਿਕਾਰਡਿੰਗ ਸਾਹਮਣੇ ਆਉਂਦੀ ਹੈ, ਤਾਂ ਇਸ ਦੇ ਅੰਦਰ ਪ੍ਰਸ਼ਾਸਨ ਦੀ ਇਨਵੋਲਵਮੈਂਟ ਦੇ ਉੱਤੇ ਵੀ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ। ਬਿਲਕੁਲ ਜਿਹੜੀ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ, ਇਸ ਤੋਂ ਦੇਖੋ ਪਹਿਲਾਂ ਵੀ ਜਿਹੜਾ ਕੀ ਹੈ ਪ੍ਰਮੋਦ ਬਾਨ ਵੱਲੋਂ ਕਲੀਅਰ ਕੀਤਾ ਗਿਆ ਸੀਗਾ ਕਿ ਫੋਨਸ ਦਾ ਇਸਤੇਮਾਲ ਹੋ ਰਿਹਾ। ਫੋਨਸ ਦਾ ਇਸਤੇਮਾਲ ਕਦੋਂ ਤੇ ਕਿੰਨੇ ਵਜੇ ਤੇ ਕਿਹੜੀ ਗੱਲ ਲਈ ਕੀਤਾ ਗਿਆ ਉਹ ਵੀ ਅਸੀਂ ਸਾਡੇ ਵੱਲੋਂ ਦੱਸਿਆ ਗਿਆ ਸੀਗਾ। ਲੇਕਿਨ ਕਾਲ ਰਿਕਾਰਡਿੰਗ ਜਿਹੜੀ ਸਾਹਮਣੇ ਆਉਂਦੀ ਹੈ ਉਸ ਤੋਂ ਇੱਕ ਚੀਜ਼ ਜ਼ਰੂਰ ਪੁਸ਼ਟੀ ਹੋ ਰਹੀ ਹੈ ਕਿ ਜੇਲ੍ਹ ਪ੍ਰਸ਼ਾਸਨ ਕੀ ਕਰ ਰਿਹਾ ਹੈ। ਕੀ ਏਜੰਸੀਆਂ ਨੂੰ ਨਹੀਂ ਪਤਾ ਸੀਗਾ ਕਿ ਜੇਲ੍ਹ ਦੇ ਵਿੱਚ ਫੋਨ ਹੈ? ਕਿ ਜੇਲ੍ਹ ਪ੍ਰਸ਼ਾਸਨ ਜਿਹੜਾ ਕੀ ਹੈ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਜੇਲ੍ਹ ਦੇ ਵਿੱਚ ਫੋਨ ਇਸਤੇਮਾਲ ਕੀਤਾ ਜਾ ਰਿਹਾ, ਖੁੱਲ੍ਹੇਆਮ ਇਸਤੇਮਾਲ ਕੀਤਾ ਜਾ ਰਿਹਾ, ਜਦ ਕਿ ਡਾਇਰੈਕਟ ਫੋਨ ਵੀ ਨਹੀਂ ਉਠਾ ਰਿਹਾ ਇੱਕ ਸ਼ਖਸ, ਉਸ ਨੂੰ ਦੂਜਾ ਬੰਦਾ ਫੋਨ ਫੜਾ ਰਿਹਾ। ਕਿਉਂਕਿ ਦੇਖੋ ਪਹਿਲਾਂ ਫੋਨ ਕਰਕੇ ਗੱਲ ਕੀਤੀ ਜਾਂਦੀ ਹੈ ਕਿ ਕਿਆ ਬਾਤ ਹੋ ਸਕਤੀ ਹੈ, ਜਦੋਂ ਉਹ ਸਾਹਮਣੇ ਉਹ ਰਜ਼ਾਮੰਦੀ ਮਿਲਦੀ ਹੈ ਤਾਂ ਉਸ ਤੋਂ ਬਾਅਦ ਫੋਨ ਅੱਗੇ ਫੜਾਇਆ ਜਾਂਦਾ ਹੈ, ਫੋਨ ਲਾਊਡ ਸਪੀਕਰ ਤੇ ਪਾਇਆ ਜਾਂਦਾ ਹੈ। ਸਾਫ਼ ਤੌਰ ਤੇ ਕਿਹਾ ਜਾਵੇ ਕਿ ਜੇਲ੍ਹ ਪ੍ਰਸ਼ਾਸਨ ਤੇ ਵੱਡਾ ਸਵਾਲ ਇਸ ਵਕਤ ਖੜਾ ਹੋ ਰਿਹਾ ਹੈ ਕਿ ਜੇਲ੍ਹ ਪ੍ਰਸ਼ਾਸਨ ਨੂੰ ਕਿਉਂ ਨਹੀਂ ਪਤਾ ਸੀਗਾ ਕਿ ਫੋਨ ਦਾ ਇਸਤੇਮਾਲ ਜੇਲ੍ਹ ਦੇ ਵਿੱਚ ਕੀਤਾ ਜਾ ਰਿਹਾ ਸੀਗਾ। ਅਨਮੋਲ, ਜਿਵੇਂ ਤੁਸੀਂ ਦੱਸਿਆ ਕਿ ਨਾਲ ਦਾ ਸ਼ਖਸ ਜਿਹੜਾ ਹੈ ਉਹ ਪਹਿਲਾਂ ਕਹਿੰਦਾ ਕਿ ਗੱਲ ਹੋ ਸਕਦੀ ਹੈ, ਯਾਨੀ ਕਿ ਜੇਲ੍ਹ ਦੇ ਅੰਦਰ ਪੀਏ ਰੱਖਿਆ ਹੋਇਆ, ਜੇਲ੍ਹ ਦੇ ਅੰਦਰ ਵੀ ਉਸ ਨੂੰ ਪੀਏ ਮੁਹੱਈਆ ਕਰਵਾਇਆ ਗਿਆ। ਕਿਸ ਵੱਲੋਂ ਕਰਵਾਇਆ ਗਿਆ, ਕਿਵੇਂ ਕਰਵਾਇਆ ਗਿਆ, ਜਾਂ ਉਹ ਸ਼ਖਸ ਕੌਣ ਹੈ ਜੋ ਇਸ ਤਰੀਕੇ ਦੇ ਨਾਲ ਉਸ ਦੀ ਸੇਵਾ ਪਾਣੀ ਕਰਦਾ। ਇੱਕ ਕੈਦੀ ਦੇ ਨਾਲ ਇੱਕ ਜਿਹੜਾ ਜੇਲ੍ਹ ਦੇ ਵਿੱਚ ਸਜ਼ਾ ਯਾਫਤਾ ਬੰਦਾ ਔਰ ਕ੍ਰਿਮੀਨਲ ਬੈਕਗ੍ਰਾਉਂਡ ਦੇ ਉੱਤੋਂ ਹੈ। ਔਰ ਉਸ ਤੋਂ ਬਾਅਦ ਗੱਲ ਇਹ ਹੈ ਕਿ ਜਦੋਂ ਲਾਰੈਂਸ ਲੰਮੇ ਸਮੇਂ ਤੋਂ ਉਸ ਜੇਲ੍ਹ ਦੇ ਅੰਦਰ ਨਜ਼ਰਬੰਦ ਹੈ ਤੇ ਉਸ ਕੋਲੇ ਫੋਨ ਇੱਕ ਨਹੀਂ ਬਹੁਤ ਸਾਰੇ ਲੰਮੇ ਸਮੇਂ ਤੋਂ, ਜਦੋਂ ਤੋਂ ਇਹਦੀ ਪਲਾਨਿੰਗ ਹੋ ਰਹੀ ਹੈ ਮੂਸੇਵਾਲਾ ਦੇ ਕਤਲ ਦੀ, ਉਦੋਂ ਤੋਂ ਦੀਆਂ ਕਾਲ ਰਿਕਾਰਡਸ ਦਾ ਜ਼ਿਕਰ ਹੋ ਕੇ ਸਾਹਮਣੇ ਆ ਰਿਹਾ। ਕੀ ਜਿਹੜਾ ਕਾਰਵਾਈ ਦਾ ਦਾਇਰਾ ਹੈ ਕੀ ਸਿਰਫ ਉਹ ਜਿਹੜੇ ਸ਼ੂਟਰ ਨੇ ਉਹਨਾਂ ਤੱਕ ਮਹਿਦੂਦ ਰਹੇਗਾ ਜਾਂ ਇਸ ਦਾ ਘੇਰਾ ਵਸੀਹ ਹੋ ਕੇ ਇਸ ਦੇ ਵਿੱਚ ਕੋਈ ਖਾਕੀ ਖਾਦੀ ਦੀ ਵੀ ਜਿਹੜੀ ਆ ਉਹ ਕੋਈ ਇਨਵੋਲਵਮੈਂਟ ਨਿਕਲ ਕੇ ਸਾਹਮਣੇ ਆਵੇਗੀ? ਦੇਖੋ ਨਵਜੋਤ, ਇਨਕੁਆਇਰੀ ਜਿਹੜੀ ਕੀ ਹੈ ਸਿਰਫ ਪਹਿਲਾਂ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਨੂੰ ਲੈ ਕੇ ਸਿਰਫ ਇਸ ਪੱਖ ਤੋਂ ਹੀ ਕੀਤੀ ਜਾ ਰਹੀ ਸੀਗੀ, ਲੇਕਿਨ ਹੁਣ ਲਾਰੈਂਸ ਬਿਸ਼ਨੋਈ ਵਰਗੇ ਇੱਕ ਕੁਖਿਆਤ ਗੈਂਗਸਟਰ ਨੂੰ ਜਿਹਦੇ ਖਿਲਾਫ ਕਈ ਕੇਸਿਸ ਚੱਲ ਵੀ ਰਹੇ ਆ ਤਾਂ ਕਈ ਵਾਰੀ ਅਦਾਲਤ ਵੱਲੋਂ ਉਸ ਨੂੰ ਦੋਸ਼ੀ ਕਰਾਰ ਕਰ ਵੀ ਦਿੱਤਾ ਗਿਆ। ਹੁਣ ਇਹੋ ਜਿਹੇ ਸ਼ਖਸ ਨੂੰ ਜੇਲ੍ਹ ਦੇ ਵਿੱਚ ਫੋਨ ਫੜਾਇਆ ਜਾਂਦਾ ਹੈ, ਫੋਨ ਪ੍ਰੋਵਾਈਡ ਕਰਾਇਆ ਜਾਂਦਾ ਹੈ, ਉਸ ਤੋਂ ਇਲਾਵਾ ਪੀਏ ਮੁਹੱਈਆ ਕਰਾਇਆ ਜਾਂਦਾ ਕਿਉਂਕਿ ਪਹਿਲਾਂ ਜਿਹੜਾ ਫੋਨ ਸੀਗਾ ਉਹ ਪੀਏ ਚੱਕ ਰਿਹਾ ਸੀਗਾ, ਤਾਂ ਜਿਹੜਾ ਹੈਲਪਰ ਹੈ ਜਾਂ ਪੀਏ ਹੈ ਜੋ ਵੀ ਕੋਈ ਸ਼ਖਸ ਹੈ ਉਹ ਇਹੋ ਜਿਹੇ ਸ਼ਖਸ ਅੰਦਰ ਪ੍ਰੋਵਾਈਡ ਕਰਾਏ ਜਾ ਰਹੇ, ਜਾਨੇ ਕਿ ਇੱਕ ਵੱਡਾ ਨੈਕਸਸ ਜੇਲ੍ਹ ਦੇ ਵਿੱਚ ਚੱਲ ਰਿਹਾ। ਤਾਂ ਹੁਣ ਇਨਵੈਸਟੀਗੇਸ਼ਨ ਦਾ ਜਿਹੜਾ ਦਾਇਰਾ ਉਹ ਜੇਲ੍ਹ ਤੱਕ ਵੀ ਜ਼ਰੂਰ ਪਹੁੰਚਣਾ ਚਾਹੀਦਾ। ਕੌਣ ਸ਼ਖਸ ਇਹੋ ਜਿਹੇ ਸੀਗੇ ਜਿਹਦੇ ਕਰਕੇ ਜਿਹੜੀ ਸਹੂਲਤਾਂ ਮਿਲ ਰਹੀਆਂ ਸੀਗੀਆਂ ਲਾਰੈਂਸ ਬਿਸ਼ਨੋਈ ਨੂੰ, ਕੌਣ ਇਹੋ ਜਿਹਾ ਕੋਈ ਸਿਆਸੀ ਜਿਹੜਾ ਕਿ ਸਪੋਰਟ ਸੀਗੀ ਜਾਂ ਕਿਹੜੀ ਇਹੋ ਜਿਹੀ ਬੈਕਗ੍ਰਾਉਂਡ ਹੈ ਜਿਹਦੇ ਕਰਕੇ ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ਦੇ ਵਿੱਚ ਇੰਨੀ ਸਪੋਰਟ ਜਿਹੜੀ ਕਿ ਦਿੱਤੀ ਜਾਂਦੀ ਹੈ, ਇੰਨੀ ਸਰਵਿਸਿਜ਼, ਇੰਨੀ ਸੁਵਿਧਾਵਾਂ ਜਿਹੜੀ ਕਿ ਉਹ ਮੁਹੱਈਆ ਕਰਾਈ ਜਾਂਦੀ ਹੈ। ਇਨ तमाम ਸਵਾਲਾਂ ਤੇ ਵੀ ਸਵਾਲ ਜਿਹੜੇ ਕੀ ਹੈ ਜਵਾਬ ਜਿਹੜੇ ਕੀ ਹੈ ਇਸ ਇਨਵੈਸਟੀਗੇਸ਼ਨ ਦੇ ਵਿੱਚ ਲੱਭਣੇ ਚਾਹੀਦੇ ਨੇ। ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਇਨਵੈਸਟੀਗੇਸ਼ਨ ਦਾ ਦਾਇਰਾ ਹੁਣ ਜੇਲ੍ਹ ਤੋਂ ਵੀ ਜਿਹੜਾ ਕੀ ਹੈ ਜ਼ਰੂਰ ਫੈਲਦਾ ਨਜ਼ਰ ਆ ਰਿਹਾ।